एप्लीकेशन ਲਈ ਇੰਪੋਰਟ ਡਿਊਟੀ ਦੀ ਦੇਰੀ ਨਾਲ ਭੁਗਤਾਨ ਕਰਨ ਵਾਲੀ ਐਪਲੀਕੇਸ਼ਨ ਕਿਵੇਂ ਭਰਨੀ ਹੈ, ਇਸ ਵਾਸਤੇ ਸਟੈਪ ਬਾय ਸਟੈਪ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਯੋਗ ਮੈਨੂਫੈਕਚਰਰ ਇੰਪੋਰਟਰਾਂ ਨੂੰ ਪੋਰਟਲ ਤੇ EMI ਐਪਲੀਕੇਸ਼ਨ ਭਰਨ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਵਾਂਗੇ। ਐਪਲੀਕੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਐਪਲੀਕੈਂਟਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੜ੍ਹ ਲੈਣ CBIC ਸਰਕੂਲਰ ਨੰਬਰ 8/2026 ਕਸਟਮਸ ਡੇਟਡ 28 ਫਰਵਰੀ 2026 ਅਤੇ ਐਪਲੀਕੇਸ਼ਨ ਭਰਨ ਲਈ ਯੂਜ਼ਰ ਗਾਈਡ AEO ਪੋਰਟਲ ਤੇ ਅਪਲੋਡ ਕੀਤੀ ਗਈ ਹੈ। EMI ਐਪਲੀਕੇਸ਼ਨ ਭਰਨ ਤੋਂ ਪਹਿਲਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਨੂੰ DIC ਵੱਲੋਂ ਇੱਕ ਈਮੇਲ ਮਿਲੀ ਹੈ ਜਿਸ ਦਾ ਵਿਸ਼ਾ ਹੈ ਰਜਿਸਟ੍ਰੇਸ਼ਨ ਸਕਸੈਸਫੁਲ ਐਪਲੀਕੇਸ਼ਨ ਫਾਈਲਿੰਗ ਇਨੇਬਲਡ। ਈਮੇਲ ਮਿਲਣ ਤੋਂ ਬਾਅਦ ਹੀ ਤੁਹਾਡੇ ਲੌਗਇਨ ਵਿੱਚ ਐਪਲੀਕੇਸ਼ਨ ਫਾਈਲਿੰਗ ਦਾ ਵਿਕਲਪ ਉਪਲਬਧ ਹੋਵੇਗਾ। ਇਹ ਵੀ ਯਕੀਨੀ ਬਣਾਓ ਕਿ ਸਾਰੇ ਲੋੜੀਂਦੇ ਦਸਤਾਵੇਜ਼ PDF ਫਾਰਮੈਟ ਵਿੱਚ ਤਿਆਰ ਹਨ ਅਤੇ ਸਾਫ਼ ਪੜ੍ਹਨਯੋਗ ਅਤੇ ਪ੍ਰਿਸਕ੍ਰਾਈਬਡ ਫਾਈਲ ਸਾਈਜ਼ ਦੀ ਸੀਮਾ ਦੇ ਅੰਦਰ ਹਨ। ਮੁੱਖ ਦਸਤਾਵੇਜ਼ਾਂ ਵਿੱਚ ਸ਼ਾਮਲ ਹਨ IEC ਕਾਪੀ, ਪੈਨ ਕਾਪੀ, GST ਰਜਿਸਟ੍ਰੇਸ਼ਨ ਸਰਟੀਫਿਕੇਟ, GSTR 9C ਰਿਟਰਨਸ, UDIN ਨਾਲ CA ਸਰਟੀਫਿਕੇਟ, ਆਡਿਟ ਕੀਤੀਆਂ ਵਿੱਤੀ ਰਿਪੋਰਟਾਂ, ਆਥਰਾਈਜ਼ਡ ਹਸਤਾਖਰ ਕਰਨ ਵਾਲੇ ਲਈ ਆਥਰਾਈਜ਼ੇਸ਼ਨ ਲੈਟਰ, ਜਾਇਦਾਦ ਦੀ ਮਲਕੀਅਤ ਦਾ ਸਬੂਤ। EMI ਪੋਰਟਲ ਤੇ ਜਾਓ aeoindia.gov.in। ਲੌਗਇਨ ਕਰਨ ਤੋਂ ਬਾਅਦ ਤੁਹਾਨੂੰ EMI ਮੋਡਿਊਲ ਦਾ ਡੈਸ਼ਬੋਰਡ ਦਿਖੇਗਾ। EMI ਮੈਨੂ ਵਿੱਚੋਂ EMI ਐਪਲੀਕੇਸ਼ਨ ਫਾਰਮ ਚੁਣੋ ਤਾਂ ਜੋ ਐਪਲੀਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ। ਇਹ ਐਪਲੀਕੇਸ਼ਨ ਫਾਰਮ ਮਲਟੀਪਲ ਸੈਕਸ਼ਨਸ ਵਿੱਚ ਵੰਡਿਆ ਹੋਇਆ ਹੈ ਜਿਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕਰਨਾ ਲਾਜ਼ਮੀ ਹੈ। ਪਾਰਟ A ਵਿੱਚ ਐਪਲੀਕੈਂਟ ਦੀਆਂ ਆਮ ਜਾਣਕਾਰੀਆਂ ਭਰੋ। ਪੈਨ ਹੇਠਾਂ ਆਉਣ ਵਾਲੇ GSTIN ਲਈ ਤੁਹਾਨੂੰ GST ਨਾਲ ਸੰਬੰਧਿਤ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ, ਜਿਵੇਂ ਕਿ GSTR 3B ਰਿਟਰਨ ਫਾਈਲ ਦੀ ਜਾਣਕਾਰੀ, ਟਰਨਓਵਰ ਦੀ ਜਾਣਕਾਰੀ, ਭਰਿਆ ਗਿਆ GST। ਜੇ ਐਪਲੀਕੈਂਟ ਤੇ ਇੱਕੋ ਪੈਨ ਹੇਠ ਮਲਟੀਪਲ GST ਰਜਿਸਟ੍ਰੇਸ਼ਨਸ ਹਨ ਤਾਂ ਤੁਸੀਂ ਐਡ GSTIN ਵਿਕਲਪ ਨਾਲ ਉਹਨਾਂ ਨੂੰ ਸ਼ਾਮਲ ਕਰ ਸਕਦੇ ਹੋ। ਜਿੱਥੇ ਲੋੜ ਹੋਵੇ ਉੱਥੇ ਸਹਾਇਕ ਦਸਤਾਵੇਜ਼ ਅਪਲੋਡ ਕਰੋ। ਅੱਗੇ ਤੁਹਾਨੂੰ ਦੱਸਣਾ ਹੋਵੇਗਾ ਕਿ ਐਪਲੀਕੈਂਟ ਮੈਨੂਫੈਕਚਰਰ ਹੈ ਜਾਂ ਨਹੀਂ। ਜੇ ਤੁਸੀਂ ਯੈਸ ਚੁਣਦੇ ਹੋ ਤਾਂ ਸਿਸਟਮ ਤੁਹਾਨੂੰ ਆਪਣੇ ਆਪ ਪਾਰਟ B ਵੱਲ ਲੈ ਜਾਵੇਗਾ। ਜੇ ਤੁਸੀਂ ਨੋ ਚੁਣਦੇ ਹੋ ਪਰ ਤੁਸੀਂ ਇਨਪੁਟ ਜਾਂ ਕੈਪੀਟਲ ਗੁੱਡਸ ਜੌਬ ਵਰਕਰਾਂ ਨੂੰ ਭੇਜਦੇ ਹੋ ਤਾਂ ਸਿਸਟਮ ਤੁਹਾਨੂੰ ਪਾਰਟ C ਵੱਲ ਰੀਡਾਇਰੈਕਟ ਕਰੇਗਾ। ਸਟੈਪ 5 ਮੈਨੂਫੈਕਚਰਰ ਇੰਪੋਰਟਰ ਲਈ ਹੈ। ਪਾਰਟ B ਵਿੱਚ ਘੱਟੋ ਘੱਟ ਇੱਕ ਐਕਟਿਵ GSTIN ਚੁਣੋ ਜਿਸ ਵਿੱਚ GST ਰਜਿਸਟ੍ਰੇਸ਼ਨ ਵਿੱਚ ਕਾਰਜ ਦੀ ਕਿਸਮ, ਫੈਕਟਰੀ ਜਾਂ ਮੈਨੂਫੈਕਚਰਰ ਦਰਸਾਈ ਗਈ ਹੋਵੇ। ਫਿਰ ਐਡ ਫੈਕਟਰੀ ਆਪਸ਼ਨ ਦੀ ਵਰਤੋਂ ਕਰਕੇ ਸਾਰੇ ਮੈਨੂਫੈਕਚਰਿੰਗ ਯੂਨਿਟ ਜਾਂ ਫੈਕਟਰੀਆਂ ਦੀ ਜਾਣਕਾਰੀ ਸ਼ਾਮਿਲ ਕਰੋ। ਹਰ ਫੈਕਟਰੀ ਦਾ ਪੂਰਾ ਪਤਾ ਸੰਬੰਧਿਤ GSTIN ਹੇਠ ਦਿਓ। ਸਟੈਪ 6 ਉਹਨਾਂ ਇੰਪੋਰਟਰਾਂ ਲਈ ਹੈ ਜੋ ਸਮਾਨ ਨੂੰ ਜੌਬ ਵਰਕ ਲਈ ਭੇਜਦੇ ਹਨ। ਪਾਰਟ C ਵਿੱਚ ਜਾਣਕਾਰੀ ਦਿਓ ਉਹ GSTIN ਜਿਸ ਦੇ ਪਿਛਲੇ 2 ਅੱਧੇ ਸਾਲਾਂ ਲਈ ITC 04 ਰਿਟਰਨ ਫਾਈਲ ਕੀਤੀ ਹੋਵੇ। ਜੌਬ ਵਰਕਰ ਦਾ GSTIN, ਜੌਬ ਵਰਕਰ ਦੀ ਫੈਕਟਰੀ ਦੀ ਜਾਣਕਾਰੀ। ਯਕੀਨੀ ਬਣਾਓ ਕਿ ਸਾਰੀ ਜਾਣਕਾਰੀ ਠੀਕ ਤਰ੍ਹਾਂ ਭਰੀ ਗਈ ਹੋਵੇ। ਪਾਰਟ D ਵਿੱਚ ਐਪਲੀਕੈਂਟ ਨੂੰ ਆਪਣੀ ਕਾਨੂੰਨੀ ਅਤੇ ਵਿੱਤੀ ਪਾਲਣਾ ਦੀ ਘੋਸ਼ਣਾ ਕਰਨੀ ਹੁੰਦੀ ਹੈ। ਹੇਠਾਂ ਦਿੱਤੇ ਸਹਾਇਕ ਦਸਤਾਵੇਜ਼ ਅਪਲੋਡ ਕਰੋ। ਨਿਰਧਾਰਿਤ ਫਾਰਮੈਟ ਵਿੱਚ UDIN ਨਾਲ CA ਸਰਟੀਫਿਕੇਟ, ਪਿਛਲੇ 2 ਵਿੱਤੀ ਸਾਲਾਂ ਦੇ ਆਡਿਟ ਕੀਤੇ ਫਾਈਨੈਂਸ਼ੀਅਲ ਸਟੇਟਮੈਂਟ। ਇਹ ਦਸਤਾਵੇਜ਼ ਐਪਲੀਕੇਸ਼ਨ ਦੇ ਅਪਲੋਡ ਸੈਕਸ਼ਨ ਵਿੱਚ ਅਪਲੋਡ ਕਰਨੇ ਹਨ। ਪਾਰਟ E ਵਿੱਚ ਸਿਸਟਮ ਆਪਣੇ ਆਪ ਚੈੱਕ ਕਰਦਾ ਹੈ ਕਿ ਉਸੇ IEC ਹੇਠ ਪਹਿਲਾਂ ਕੋਈ EMI ਐਪਲੀਕੇਸ਼ਨਸ ਭਰੀਆਂ ਗਈਆਂ ਹਨ ਜਾਂ ਨਹੀਂ। ਜੇ ਕੋਈ ਪੁਰਾਣੀ ਐਪਲੀਕੇਸ਼ਨਸ ਮੌਜੂਦ ਹੋਣ ਤਾਂ ਉਹ ਜਾਣਕਾਰੀ ਸਿਸਟਮ ਵੱਲੋਂ ਆਪਣੇ ਆਪ ਭਰ ਦਿੱਤੀ ਜਾਵੇਗੀ। ਪਾਰਟ F ਵਿੱਚ ਅਧਿਕ੍ਰਿਤ ਹਸਤਾਖਰ ਕਰਨ ਵਾਲੇ ਨੂੰ ਸੰਪਰਕ ਕਰਨ ਦੀ ਜਾਣਕਾਰੀ ਦਿਓ। ਅਧਿਕ੍ਰਿਤ ਹਸਤਾਖਰ ਕਰਨ ਵਾਲੇ ਲਈ ਆਥੋਰਾਈਜ਼ੇਸ਼ਨ ਲੈਟਰ ਵੀ ਅਪਲੋਡ ਸੈਕਸ਼ਨ ਵਿੱਚ ਅਪਲੋਡ ਕਰਨਾ ਲਾਜ਼ਮੀ ਹੈ। ਹੁਣ ਅੱਗੇ ਅਪੈਂਡਿਕਸ 2 ਅਪਲੋਡ ਸੈਕਸ਼ਨ ਵਿੱਚ ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
ਕਿਰਪਾ ਕਰਕੇ ਇਹ ਯਕੀਨੀ ਬਣਾਓ ਸਹੀ ਦਸਤਾਵੇਜ਼ ਸਹੀ ਫੀਲਡ ਵਿੱਚ ਅਪਲੋਡ ਕੀਤਾ ਗਿਆ ਹੋਵੇ, ਦਸਤਾਵੇਜ਼ ਸਾਫ਼ ਅਤੇ ਪੜ੍ਹਨ ਯੋਗ ਹੋਣ, ਫਾਈਲ ਦਾ ਸਾਈਜ਼ ਨਿਰਧਾਰਿਤ ਸੀਮਾ ਵਿੱਚ ਹੋਵੇ। ਅਧੂਰੇ ਜਾਂ ਗਲਤ ਦਸਤਾਵੇਜ਼ਾਂ ਕਾਰਨ ਐਪਲੀਕੇਸ਼ਨ ਵਾਪਸ ਭੇਜੀ ਜਾਂ ਰਿਜੈਕਟ ਕੀਤੀ ਜਾ ਸਕਦੀ ਹੈ। ਪਾਰਟ ਜੀ ਵਿੱਚ ਸਾਰੀਆਂ ਘੋਸ਼ਣਾਵਾਂ ਅਤੇ ਅੰਡਰਟੇਕਿੰਗਸ ਨੂੰ ਧਿਆਨ ਨਾਲ ਪੜ੍ਹੋ। ਉਹਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਮਨਜ਼ੂਰੀ ਦੇਣ ਲਈ ਚੈੱਕ ਬਾਕਸ ਤੇ ਟਿਕ ਕਰੋ। ਐਪਲੀਕੇਸ਼ਨ ਸਬਮਿਟ ਕਰਨ ਤੋਂ ਪਹਿਲਾਂ ਪ੍ਰੀਵਿਊ ਆਪਸ਼ਨ ਦੀ ਵਰਤੋਂ ਕਰਕੇ ਸਾਰੀ ਜਾਣਕਾਰੀ ਅਤੇ ਅਪਲੋਡ ਕੀਤੇ ਦਸਤਾਵੇਜ਼ਾਂ ਦੀ ਜਾਂਚ ਕਰੋ। ਜਦੋਂ ਤੁਹਾਨੂੰ ਯਕੀਨ ਹੋ ਜਾਵੇ ਕਿ ਸਾਰੀ ਜਾਣਕਾਰੀ ਠੀਕ ਹੈ ਤਾਂ ਐਪਲੀਕੇਸ਼ਨ ਪੂਰੀ ਕਰਨ ਲਈ ਸਬਮਿਟ ਤੇ ਕਲਿੱਕ ਕਰੋ। ਚੰਗੀ ਤਰ੍ਹਾਂ ਸਬਮਿਟ ਹੋਣ ਤੋਂ ਬਾਅਦ ਇੱਕ ਐਪਲੀਕੇਸ਼ਨ ਰੈਫਰੈਂਸ ਨੰਬਰ ਜਨਰੇਟ ਹੋਵੇਗਾ। ਤੁਸੀਂ ਆਪਣੀ ਐਪਲੀਕੇਸ਼ਨ ਦੀ ਸਥਿਤੀ EMI ਡੈਸ਼ਬੋਰਡ ਦੇ ਵਿਊ ਐਪਲੀਕੇਸ਼ਨ ਸੈਕਸ਼ਨ ਵਿੱਚੋਂ ਚੈੱਕ ਕਰ ਸਕਦੇ ਹੋ। ਅੰਤਿਮ ਫੈਸਲਾ ਤੁਹਾਨੂੰ ਈਮੇਲ ਰਾਹੀਂ ਵੀ ਦੱਸਿਆ ਜਾਵੇਗਾ। ਜੇ ਤੁਹਾਨੂੰ ਐਪਲੀਕੇਸ਼ਨ ਸਬਮਿਟ ਕਰਨ ਦੌਰਾਨ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ DIC ਦੇ EMI ਹੈਲਪ ਡੈਸਕ ਨਾਲ ਸੰਪਰਕ ਕਰ ਸਕਦੇ ਹੋ। ਈਮੇਲ emihelpdesk-dic@gov.in, ਫੋਨ 011233100014। ਹੋਰ ਜਾਣਕਾਰੀ ਲਈ aeoindia.gov.in ਤੇ ਜਾਓ।